इस बॉडी च जिन्नियां भी मर्ज़ां ने, दिल दियां, दिमाग दियां, मैदा, जिगर, किडनीज, लंग्स का जिन्ना सिस्टम है या खून का जिन्ना भी सिस्टम रखा है, जिल की जिन्ने भी प्रॉब्लम है, ये जिन्नियां तुहानूं बीमारियां लगदियां ने मैदा खराब होने तो बाद लगदियां। इस बॉडी च जिन्नियां भी मर्ज़ां ने, दिल दियां, दिमाग दियां, मैदा, जिगर, किडनीज, लंग्स का जिन्ना सिस्टम है या खून का जिन्ना भी सिस्टम रखा है, जिल की जिन्ने भी प्रॉब्लम है, ये जिन्नियां तुहानूं बीमारियां लगदियां ने मैदा खराब होने तो बाद लगदियां। कब्ज़ रंगियां भी बीमारियां जिहड़ियां ने ना, एक कब्ज़ इंडिकेटर है, आउटपुट सही नहीं आ रहा तो बीमारी है। ਜਦੋਂ ਵੀ ਤੁਹਾਨੂੰ ਤੁਹਾਡਾ ਪਖਾਨਾ ਦਰੁਸਤ ਨਹੀਂ ਆ ਰਿਹਾ, ਇੱਕ ਟਾਈਮ ਨਹੀਂ ਆ ਰਿਹਾ ਖੁੱਲ ਕੇ, 2 ਮਰਤਬਾ 3 ਮਰਤਬਾ ਦਿਹਾੜੀ 'ਚ ਆਉਂਦਾ ਪਿਆ, 4 ਮਰਤਬਾ ਆਉਂਦਾ ਪਿਆ, ਖੁੱਲ ਕੇ ਪਖਾਨਾ ਨਹੀਂ ਆਉਂਦਾ, ਪੇਟ ਸਾਫ਼ ਨਹੀਂ ਹੁੰਦਾ ਪਿਆ, ਇਹਦਾ ਮਤਲਬ ਹੈ ਕਿ ਬਿਮਾਰੀਆਂ ਸਟਾਰਟ ਹੋ ਗਈਆਂ। ਇਹ ਜਿੰਨੀਆਂ ਵੀ ਤੁਹਾਡੀ ਬਾਡੀ 'ਚ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੀਆਂ ਮਰਜ਼ਾਂ ਨੇ ਨਾ, ਤੁਹਾਡਾ ਮਿਹਦਾ ਖਰਾਬ ਹੁੰਦੀ ਵੇ ਹੁੰਦੀਆਂ। ਅਗਰ ਤੁਸੀਂ ਆਪਣੇ ਮਿਹਦੇ ਦੀ ਸਿਰਫ ਹਿਫਾਜ਼ਤ ਕਰ ਲਓ, ਕਦੀ ਵੀ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੀ। ਸਾਡੇ ਜਿਹੜੇ ਬਜ਼ੁਰਗ ਨੇ ਹਾਲੇ ਵੀ ਕੋਈ 60 ਸਾਲ 70 ਸਾਲ 80 ਸਾਲ ਦੇ ਲੱਗੇ ਫਿਰਦੇ ਨੇ, ਉਹਦੇ ਰੈਡਨੈਸ ਹੈ ਚਿਹਰਿਆਂ ਤੇ, ਤੰਦਰੁਸਤ ਲੱਗੇ ਫਿਰਦੇ ਨੇ, ਗੋਡਿਆਂ ਤੋਂ ਭਾਵੇਂ ਆ ਰਹੀ ਨੇ ਪਰ ਤੰਦਰੁਸਤ ਲੱਗੇ ਫਿਰਦੇ ਨੇ। ਕਿਉਂ? ਉਹਨਾਂ ਦੇ ਮਿਹਦੇ ਸਹੀ ਸਨ। ਹੁਣ ਤੱਕ ਵੀ ਉਹਨਾਂ ਦੇ ਮਿਹਦੇ ਕੇ ਤੇ ਮੋਸਟਲੀ ਜਿਹੜੇ ਬਜ਼ੁਰਗ ਨੇ ਉਹ ਸ਼ੋਰਬੇ ਵਾਲੇ ਖਾਣੇ ਖਾਂਦੇ ਨੇ। ਮੋਸਟਲੀ ਮੈਂ ਅਕਸਰ ਆ ਕੇ ਇਹ ਨਹੀਂ ਦੇਖਿਆ ਉਹਨੇ ਕਿਹਾ ਜੀ ਮੈਂ ਤਾਂ ਸ਼ੋਰਬੇ ਵਾਲਾ ਖਾਣਾ ਕੁੜੀਆਂ ਨਹੀਂ ਪਕਾਉਂਦੀਆਂ, ਨੂੰਹਾਂ ਧੀਆਂ ਨਹੀਂ ਪਕਾਉਂਦੀਆਂ, ਪਰ ਮੇਰੀ ਤਾਂ ਡਿਮਾਂਡ ਹੁੰਦੀ ਸ਼ੋਰਬੇ ਵਾਲਾ। ਸ਼ੋਰਬੇ ਵਾਲਾ ਅਗਰ ਤੁਸੀਂ ਖਾਣਾ ਖਾਂਦੇ ਹੋ ਤੇ ਮਿਹਦੇ ਤੇ ਓਵਰ ਬੋਝ ਨਹੀਂ ਪਾਉਂਦੇ, ਕਿ ਇੱਕ ਚੀਜ਼ ਦੀ ਕੈਪੈਸਿਟੀ 1 ਕਿਲੋ ਹੈ, ਤੁਸੀਂ 5 ਕਿਲੋ ਪਾ ਦਿੰਦੇ ਹੋ ਤੇ ਕੰਮ ਠੀਕ ਨਹੀਂ। ਫਿਰ ਦੂਜੀ ਗੱਲ ਇਹ ਹੈ ਕਿ ਮਿਹਦਾ ਅਗਰ ਦਰੁਸਤ ਰੱਖਣਾ ਤਾਂ ਆਪਣੇ ਖਾਣੇ ਦੀ ਇੱਕ ਰੂਟੀਨ ਬਣਾਉਣੀ, ਜਿਵੇਂ ਦੁਨੀਆ ਤੇ ਤੁਹਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨਾ, ਫਿਰ ਬਈ ਤੁਸੀਂ ਡਿਊਟੀ ਤੇ ਪਹੁੰਚਣਾ ਹੈ, ਇਸ ਤਰ੍ਹਾਂ ਹੀ ਖਾਣੇ ਦਾ ਵੀ ਇੱਕ ਟਾਈਮ ਟੇਬਲ ਰੱਖੋ। ਭੱਜ ਨੱਸ ਕੇ ਖਾਣਾ ਖਾਓਗੇ ਨਹੀਂ ਕਿ ਕਿੰਨੀ ਦੇਰ 40 ਸਾਲ ਤੱਕ ਮਿਹਦਾ ਵਰਕ ਕਰਦਾ ਰਹੇਗਾ। 40 ਸਾਲ ਤੋਂ ਬਾਅਦ ਤੁਹਾਡੇ ਪਰਹੇਜ਼ ਤੇ ਤੁਹਾਡੀਆਂ ਜਿਹੜੀਆਂ ਗ਼ਜ਼ਾਵਾਂ ਨੇ ਨਾ, ਅਗਰ ਤੁਸੀਂ ਉਹਨੂੰ ਮੇਨਟੇਨ ਨਹੀਂ ਕਰੋਗੇ ਤੇ ਫਿਰ ਤੁਸੀਂ ਤੰਦਰੁਸਤ ਨਹੀਂ ਰਹਿ ਸਕਦੇ। ਬਿਹਤਰ ਇਹ ਹੈ ਕਿ ਤੁਸੀਂ ਆਪਣੇ ਮਿਹਦੇ ਨੂੰ ਦਰੁਸਤ ਕਰ ਲਓ। ਤੁਹਾਨੂੰ ਕਿਸੇ ਚੀਜ਼ ਦੀ ਟ੍ਰੀਟਮੈਂਟ ਕਰਾਉਣ ਦੀ ਜ਼ਰੂਰਤ ਨਹੀਂ, ਬਲਕਿ ਆਕਾ ਇਨਾਮਦਾਰ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੈ। ਪਰਹੇਜ਼ ਉਸ ਚੀਜ਼ ਦਾ ਵੀ ਤੁਹਾਨੂੰ ਚਾਵਲ ਤੰਗ ਕਰਦੇ ਨੇ, ਭਿੰਡੀ ਤੰਗ ਕਰਦੀ ਹੈ, ਖੀਰਾ ਤੰਗ ਕਰਦਾ, ਇਹ ਚੀਜ਼ਾਂ ਜਿਹੜੀਆਂ ਮੈਂ 3 ਰਹੀਆਂ ਦੌਰੇ ਹਾਜ਼ਰ ਦੀਆਂ ਡੇਂਜਰਸ ਚੀਜ਼ਾਂ ਨੇ, ਜਿਹੜੀਆਂ ਕਿ ਅੰਤੜੀਆਂ ਤੇ ਸੋਜ ਪਾਉਂਦੀਆਂ ਨੇ ਤੇ ਮਿਹਦੇ ਦੀ ਰਫ਼ਤਾਰ ਨੂੰ ਸਲੋ ਕਰਦੀਆਂ। ਤੇ ਕੋਸ਼ਿਸ਼ ਕਰੋ ਆਪਣੇ ਮਿਹਦੇ ਨੂੰ ਵਾਰਮ ਅਪ ਰੱਖੋ। ਮਿਹਦਾ ਇਵੇਂ ਜਿਵੇਂ ਸਟੀਮ ਬੋਇਲਰ ਹੁੰਦਾ ਹੈ, ਸਟੀਮ ਬੋਇਲਰ ਨੂੰ ਠੰਡਾ ਕਰ ਦਿਓਗੇ ਤੇ ਫਿਰ ਸਟੀਮਿੰਗ ਨਹੀਂ ਹੋਏਗੀ, ਫਿਰ ਉਹ ਕੰਮ ਜਿਹੜਾ ਉਹ ਠੰਡਾ ਹੋ ਜਾਏਗਾ, ਕੰਡੈਂਸ ਹੋ ਜਾਏਗਾ ਤੇ ਫਿਰ ਕਾਮਯਾਬੀ ਨਹੀਂ। ਮਿਹਦਾ ਰੁਕ ਜਾਏਗਾ, ਮਿਹਦਾ ਫਰੀਜ਼ ਹੋ ਜਾਏਗਾ, ਫ੍ਰਿਜ ਬਣ ਜਾਏਗੀ। ਫਿਰ ਫ੍ਰਿਜ ਦੇ ਵਿੱਚ ਚੀਜ਼ਾਂ ਰੱਖ ਦਿਓ ਤੇ ਉਹ ਬਿਲਕੁਲ ਗਲਦੀਆਂ ਸੜਦੀਆਂ ਨਹੀਂ, ਠੀਕ ਲੱਗੀਆਂ ਉਹ ਪਈਆਂ ਨੇ। ਜਿਵੇਂ ਖਾਣਾ ਲੇਟ ਜਦੋਂ ਪਿਆ ਰਹਿੰਦਾ, ਮਿਹਦੇ 'ਚ ਪਿਆ ਰਹਿੰਦਾ ਤੇ ਫਿਰ ਉਹ ਸ਼ਿਫਾ ਦੇ ਬਦਲੇ ਨਾਲ ਵਬਾ ਬਣਨੀ ਸ਼ੁਰੂ ਹੋ ਜਾਂਦੀ। ਫਿਰ ਗੈਸ, ਅਫਾਰਾ, ਕਬਜ਼, ਬਦਹਜ਼ਮੀ, ਹੈਜ਼ਾ, ਉਹ ਫਿਰ ਜਦ ਤੱਕ ਮਿਹਦਾ ਉਹਨੂੰ ਬਾਹਰ ਨਹੀਂ ਛੱਡਦਾ ਕੈਦ ਦੇ ਜ਼ਰੀਏ, ਮਿਹਦੇ ਨੂੰ ਵੀ ਸਕੂਨ ਨਹੀਂ ਹੁੰਦਾ। ਤੇ ਕੋਸ਼ਿਸ਼ ਕਰੋ ਆਪਣੇ ਮਿਹਦੇ ਦੀ ਹਿਫਾਜ਼ਤ ਕਰੋ ਤਾਂ ਕਿ ਕਿਸੇ ਵੀ ਬਿਮਾਰੀ ਦਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ। ਬਹੁਤ ਸ਼ੁਕਰੀਆ। ਵਮਾ ਅਲੈਨਾ ਇल्लल बलागुल मुबीन।